ਅਖਬਾਰ ਦੇ ਵਿੱਚ ਇੱਕ ਖਬਰ ਛਪੀ ਜਿਸ ਦੇ ਵਿੱਚ ਮੈਨੂੰ ਤੇ ਮੇਰੇ ਪਿਤਾ ਜੀ ਨੂੰ ਇੱਕ ਅਗਿਆਤ ਬੰਦੇ ਦੇ ਕੋਲੋਂ ਉਸਨੇ ਮੈਨੂੰ ਤਰਲਾ ਪਾਇਆ ਕਿ ਮੈਂ ਉਹਦੇ ਦੂਜੇ ਮੁੰਡੇ ਨੂੰ ਆਪਣੇ ਕੋਲ ਨੌਕਰੀ ਤੇ ਰੱਖ ਲਾਂ। ਮੈਂ ਤਰਸ ਕਰ ਲਿਆ। ਉਸ ਟਾਈਮ ਤੇ ਮੈਨੂੰ ਇਹਨਾਂ ਨੇ ਧੋਖੇ ਨਾਲ ਮੈਨੂੰ ਗ੍ਰਿਫਤਾਰ ਕਰਵਾਉਣਾ ਸੀ ਔਰ ਮਨਸੂਬਾ ਸੀ ਕਿ ਮੇਰੇ ਪਿਤਾ ਦੇ ਕੋਲੋਂ ਮੈਨੂੰ ਫਸਾ ਕੇ ਪੈਸੇ ਏਠਣੇ। ਇੰਨੀ ਨੀਚ ਸੋਚ ਦਾ ਮਾਲਕ। ਮੇਰੀ ਬੇਟੀ ਜਿਹੜੀ ਉਸ ਟਾਈਮ ਤੇ 1.5 ਸਾਲ ਦੀ ਸੀ ਪੌੜੀਆਂ ਤੋਂ ਡਿੱਗ ਗਈ। ਜੋ ਤੱਕ ਮੈਨੂੰ ਝਟਕਾ ਮਹਿਸੂਸ ਹੋਇਆ ਉਹਨੂੰ ਜਾ ਕੇ ਮੈਂ ਚੁੱਕਿਆ। ਸਭ ਤੋਂ ਵੱਡੀ ਖੁਸ਼ੀ ਮੈਨੂੰ ਇਹ ਸੀਗੀ ਕਿ ਕਈ ਵਾਰ ਰਾਜੇ ਤੋਂ ਰੰਕ ਬਣਨ 'ਚ ਸਿਰਫ 2 ਪਲ ਦਾ ਸਮਾਂ ਲੱਗਦਾ ਹੈ। ਕਈ ਵਾਰ ਸਾਡੀ ਜ਼ਿੰਦਗੀ 'ਚ ਕੁਛ ਇੱਦਾਂ ਦੇ ਮੁਕਾਮ ਆ ਜਾਂਦੇ ਹਨ ਜਦੋਂ ਸਾਨੂੰ ਲੱਗਦਾ ਸਭ ਕੁਛ ਹਨੇਰਾ ਹੋ ਗਿਆ, ਸਭ ਕੁਛ ਖਤਮ ਹੋ ਗਿਆ ਔਰ ਅੱਗੇ ਕੁਛ ਨਹੀਂ ਬਚਿਆ। ਸਿਰਫ ਇੱਕ ਆਵਾਜ਼ ਕਰਨਾ ਚਾਹੁੰਦੀ ਹੈ, ਆਤਮ ਹੱਤਿਆ। ਮੇਰੇ ਨਾਲ ਵੀ ਕੁਛ ਇੱਦਾਂ ਦਾ ਹੀ ਹੋਇਆ। ਇੱਕ ਮੰਜ਼ਰ ਦੇ ਉੱਤੇ ਇੱਕ ਡਾਕਟਰ ਤੋਂ, ਇੱਕ ਹਸਪਤਾਲ ਦੀ ਮਾਲਕ ਤੋਂ ਮੈਂ ਨਾ ਸਿਰਫ ਭਿਖਾਰਨ ਬਣ ਗਈ ਪਰ ਇੱਕ ਮੁਜਰਿਮ ਵੀ ਬਣ ਗਈ। ਮੇਰਾ ਜਨਮ ਇੱਕ ਰਸੂਖਦਾਰ ਤੇ ਪੜ੍ਹੇ ਲਿਖੇ ਪਰਿਵਾਰ 'ਚ ਹੋਇਆ। ਮਾਤਾ ਜੀ ਇੱਕ ਪ੍ਰਿੰਸੀਪਲ ਤੇ ਪਿਤਾ ਜੀ ਇੱਕ ਡਿਪਟੀ ਡਾਇਰੈਕਟਰ ਹਾਰਟੀਕਲਚਰ 'ਚ ਰਿਟਾਇਰ ਹੋਏ। ਅਸੀਂ 3 ਭੈਣਾਂ, ਤਿੰਨੋਂ ਹੀ ਡਾਕਟਰ ਹਾਂ। ਮੇਰੀ ਡਾਕਟਰੀ ਦੀ ਪੜ੍ਹਾਈ ਕਰਦਿਆਂ ਹੀ ਮੇਰੇ ਪਿਤਾ ਜੀ ਨੇ ਮੇਰੇ ਲਈ ਹਸਪਤਾਲ ਬਣਾ ਦਿੱਤਾ ਕਿਉਂਕਿ ਉਹ ਚਾਹੁੰਦੇ ਸੀ ਕਿ ਮੈਨੂੰ ਧੱਕੇ ਨਾ ਖਾਣੇ ਪੈਣ ਤੇ ਆਪਣੇ ਹਸਪਤਾਲ ਦੇ ਵਿੱਚ ਹੀ ਮਾਲਕ ਬਣ ਕੇ ਤੇ ਮੈਂ ਆਪਣੇ ਲੋਕਾਂ ਦੀ ਸੇਵਾ ਕਰ ਸਕਾਂ। ਜ਼ਿੰਦਗੀ ਦੇ ਵਿੱਚ ਅੱਗੇ ਚੱਲਦਿਆਂ ਮੈਨੂੰ ਕਾਫੀ ਤਰੱਕੀ ਮਿਲੀ ਔਰ ਮੇਰਾ ਹਸਪਤਾਲ ਵਧੀਆ ਚੱਲਣਾ ਸ਼ੁਰੂ ਹੋ ਗਿਆ। ਮੇਰਾ ਵਧੀਆ ਨਾਮ ਬਣ ਗਿਆ। ਮੇਰਾ ਸ਼ੁਰੂ ਤੋਂ ਇੱਕ ਸੁਪਨਾ ਸੀ IAS ਅਫਸਰ ਬਣਨ ਦਾ। ਇਹ ਸੁਪਨਾ ਮੈਨੂੰ ਯੂਨੀਵਰਸਿਟੀ ਲੈ ਗਿਆ ਔਰ ਇੱਥੋਂ ਹੀ ਸ਼ਾਇਦ ਕਾਲੇ ਸਿਆਹ ਬੱਦਲ ਮੇਰੀ ਜ਼ਿੰਦਗੀ ਤੋਂ ਛਾਣੇ ਸ਼ੁਰੂ ਹੋ ਗਏ। ਇੱਥੇ ਮੇਰੀ ਮੁਲਾਕਾਤ ਰੋਸ਼ਨ ਦੇ ਨਾਲ ਹੋਈ ਜਿਹੜਾ ਕਿ ਉਸ ਟਾਈਮ ਦੇ ਉੱਤੇ IAS ਮੇਨਸ ਦੀ ਤਿਆਰੀ ਕਰ ਰਿਹਾ ਸੀ ਔਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵੀ ਲੱਗਣ ਵਾਲਾ ਸੀ। ਕੁਛ ਇੱਦਾਂ ਦਾ ਹੋਇਆ ਕਿ ਉਸ ਤੋਂ ਬਾਅਦ ਵਿੱਚ ਮੈਂ ਮਾਤਾ ਪਿਤਾ ਦੀ ਨਾਰਾਜ਼ਗੀ ਸਹਿ ਕੇ ਵੀ ਰੋਸ਼ਨ ਦੇ ਨਾਲ ਵਿਆਹ ਕਰ ਲਿਆ। ਅਸੀਂ ਆਪਣੇ ਹਸਪਤਾਲ ਦੇ ਵਿੱਚ ਹੀ ਰਹਿਣ ਲੱਗ ਗਏ ਜਿੱਥੇ ਕਿ ਹੌਲੀ ਹੌਲੀ ਲੱਗਾ ਕਿ ਜ਼ਿੰਦਗੀ ਪਟੜੀ ਦੇ ਉੱਤੇ ਆ ਰਹੀ ਹੈ ਪਰ ਜ਼ਿੰਦਗੀ ਮੇਰੇ 'ਤੇ ਕੋਈ ਬਹੁਤ ਜ਼ਿਆਦਾ ਮਿਹਰਬਾਨ ਨਹੀਂ ਸੀ। ਵਿਆਹ ਤੋਂ ਬਾਅਦ ਰੋਸ਼ਨ ਨੇ ਆਪਣੇ ਰੰਗ ਬਦਲਣੇ ਸ਼ੁਰੂ ਕਰ ਦਿੱਤੇ ਔਰ ਉਸ ਨੇ ਆਪਣਾ ਜ਼ਿਆਦਾਤਰ ਸਮਾਂ ਆਪਣੇ ਦੋਸਤਾਂ ਦੇ ਨਾਲ ਰਾਤ ਨੂੰ ਮਹਿਫਲਾਂ ਜਮਾਨ ਦੇ ਵਿੱਚ ਤੇ ਦਾਰੂ ਪੀਣ 'ਚ ਬਿਤਾਉਣਾ ਸ਼ੁਰੂ ਕਰ ਦਿੱਤਾ। ਮੈਂ ਉਸ ਟਾਈਮ 'ਤੇ ਪ੍ਰੈਗਨੈਂਟ ਹੋ ਚੁੱਕੀ ਸੀ ਤੇ ਮੇਰੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਸੀ। ਮੈਂ ਇਸ ਚੀਜ਼ ਦੀ ਉਫ ਤੱਕ ਨਹੀਂ ਸੀ ਕਰ ਸਕਦੀ ਕਿਉਂਕਿ ਇਹ ਮੇਰੀ ਆਪਣੀ ਸਹੇੜ ਸੀ ਔਰ ਮਾਂ-ਬਾਪ ਨੂੰ ਕੁਛ ਨਹੀਂ ਸੀ ਦੱਸ ਸਕਦੀ ਮੈਂ ਕਿਸ ਦਰਦ 'ਚੋਂ ਗੁਜ਼ਰ ਰਹੀ ਸੀਗੀ। ਮੇਰੇ ਮਾਤਾ ਪਿਤਾ ਨੂੰ ਨਹੀਂ ਸੀ ਪਤਾ ਬਿਕਾਜ਼ ਉਹ ਆਲਰੇਡੀ ਮੇਰੇ ਨਾਲ ਬਹੁਤ ਨਾਰਾਜ਼ ਸੀ। ਫਿਰ ਉਸ ਤੋਂ ਬਾਅਦ ਵਿੱਚ ਇਸ ਤੋਂ ਵੀ ਭਿਆਨਕ ਮੇਰੀ ਜ਼ਿੰਦਗੀ ਦਾ ਆਤੰਕ ਸੁਖਬੀਰ ਸਿੰਘ ਨਾਮ ਦਾ ਇੱਕ ਬੰਦਾ ਐਂਟਰ ਹੋਇਆ ਜਿਹੜਾ ਕਿ ਸਾਡੇ ਮੁਹੱਲੇ ਦੇ ਵਿੱਚ ਹੀ ਰਹਿੰਦਾ ਔਰ ਟੈਲੀਫੋਨ ਐਕਸਚੇਂਜ ਕੋਈ ਛੋਟੀ ਮੋਟੀ ਨੌਕਰੀ ਕਰਦਾ। ਉਹ ਆਪਣੀ ਪਤਨੀ ਦਾ ਇਲਾਜ ਕਰਵਾਉਣ ਦੇ ਲਈ ਮੇਰੇ ਕੋਲ ਹਸਪੀਟਲ ਆਇਆ। ਉਸਦੀ ਪਤਨੀ ਉਸ ਤੋਂ ਬਾਅਦ ਇਕੱਲੀ ਆਉਣ ਲੱਗ ਗਈ ਤੇ ਉਸਨੇ ਆਪਣੇ ਦੁੱਖੜੇ ਮੇਰੇ ਸਾਹਮਣੇ ਰੋਣੇ ਸ਼ੁਰੂ ਕਰ ਦਿੱਤੇ ਕਿ ਕਿੱਦਾਂ ਸੁਖਬੀਰ ਸਿੰਘ ਉਸ ਨੂੰ ਤੰਗ ਕਰਦਾ, ਉਹਦੇ ਬੱਚਿਆਂ ਨੂੰ ਤੰਗ ਕਰਦਾ, ਉਹਨਾਂ ਨੂੰ ਖਰਚਾ ਨਹੀਂ ਦਿੰਦਾ ਔਰ ਮਾਰ ਕੁਟਾਈ ਕਰਦਾ ਤੇ ਰੋਟੀ ਵਾਸਤੇ ਵੀ ਉਹ ਪਰਿਵਾਰ ਆਤਰ ਹੈ। ਉਸਨੇ ਮੈਨੂੰ ਤਰਲਾ ਪਾਇਆ ਕਿ ਮੈਂ ਉਹਦੇ ਦੂਜੇ ਮੁੰਡੇ ਨੂੰ ਆਪਣੇ ਕੋਲ ਨੌਕਰੀ ਤੇ ਰੱਖ ਲਾਂ। ਮੈਂ ਤਰਸ ਕਰ ਲਿਆ। ਉਸ ਟਾਈਮ ਤੇ ਮੈਨੂੰ ਉਹਨਾਂ ਦੇ ਮਨਸੂਬਿਆਂ ਦਾ ਬਿਲਕੁਲ ਵੀ ਪਤਾ ਨਹੀਂ ਸੀ ਕਿ ਉਹ ਮੇਰੇ ਘਰ ਦੇ 'ਚ ਇੱਕ ਸਿਰਫ ਸੰਨ ਲਗਾਉਣ ਵਾਸਤੇ ਇਹ ਵਿਉਂਤਬੰਦੀ ਕਰਕੇ ਆਏ ਸੀ। ਖੈਰ ਚਰਨਜੀਤ ਨੂੰ ਮੈਂ ਨੌਕਰੀ ਤੇ ਰੱਖ ਲਿਆ ਔਰ ਉਸ ਤੋਂ ਬਾਅਦ ਵਿੱਚ ਰੋਸ਼ਨ ਦੇ ਨਾਲ ਸੁਖਬੀਰ ਸਿੰਘ ਨੇ ਤੇ ਦਮਨ ਨੇ ਜਿਹੜਾ ਕਿ ਉਹਦਾ ਵੱਡਾ ਮੁੰਡਾ ਸੀ ਨਜ਼ਦੀਕੀਆਂ ਵਧਾਉਣੀਆਂ ਸ਼ੁਰੂ ਕਰਤੀਆਂ। ਦੇਰ ਰਾਤ ਤੱਕ ਇਹ ਰੋਸ਼ਨ ਦੇ ਨਾਲ ਬੈਠੇ ਰਹਿੰਦੇ, ਦਾਰੂ ਪੀਂਦੇ ਰਹਿੰਦੇ ਔਰ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਹੌਲੀ ਹੌਲੀ ਘਰੋਂ ਬਾਹਰ ਜਾਣਾ ਸ਼ੁਰੂ ਕਰਤਾ ਜਿੱਦਾਂ ਦਿੱਲੀ, ਬੰਬੇ। ਔਰ ਮੈਨੂੰ ਨਹੀਂ ਪਤਾ ਲੱਗਾ ਕਿ ਕਿਸ ਟਾਈਮ ਦੇ ਉੱਤੇ ਰੋਸ਼ਨ ਨੇ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ, ਆਪਣੀ ਯੂਨੀਵਰਸਿਟੀ ਦੀ ਨੌਕਰੀ ਛੱਡ ਦਿੱਤੀ। ਜੋ ਤੱਕ ਮੈਨੂੰ ਪਤਾ ਲੱਗਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਰੋਸ਼ਨ ਦਮਨ ਦੇ ਨਾਲ ਅਕਸਰ ਜੋ ਕਿ ਉਹਦੀ ਗੱਡੀ ਵੀ ਚਲਾਇਆ ਕਰਦਾ ਸੀ, ਕਦੀ ਦਿੱਲੀ ਕਦੀ ਬੰਬੇ, ਮੈਂ ਸਿਰਫ ਫੋਨ ਹੀ ਕਰਦੀ ਰਹਿ ਜਾਂਦੀ ਸੀ ਕਿ ਵਾਪਿਸ ਆ ਜਾ ਪਰ ਉਹ ਨਹੀਂ ਵਾਪਿਸ ਪਰਤਦਾ ਸੀ। ਫਿਰ ਕਦੀ 2 ਮਹੀਨੇ ਬਾਅਦ, ਕਦੀ 3 ਮਹੀਨੇ ਬਾਅਦ ਵਿੱਚ ਉਹਨੇ ਵਾਪਿਸ ਆਉਣਾ ਤਾਂ ਵੀ ਦਮਨ ਤੇ ਸੁਖਬੀਰ ਹਮੇਸ਼ਾ ਉਹਨੂੰ ਚੰਬੜੇ ਹੀ ਰਹਿੰਦੇ ਸੀ। ਇਸ ਤੋਂ ਬਾਅਦ ਵਿੱਚ ਮੈਨੂੰ ਕੁਛ ਲੋਕਾਂ ਨੇ ਆਣ ਕੇ ਤੰਗ ਕਰਨਾ ਸ਼ੁਰੂ ਕਰਤਾ ਕਿ ਰੋਸ਼ਨ ਨੇ ਉਹਨਾਂ ਦੇ ਕੋਲੋਂ ਪੈਸੇ ਲਏ ਆ। ਮੈਨੂੰ ਇਸ ਚੀਜ਼ ਦਾ ਬਿਲਕੁਲ ਵੀ ਇਲਮ ਨਹੀਂ ਸੀ ਕਿ ਰੋਸ਼ਨ ਕੀ ਕਰ ਰਿਹਾ ਕਿਉਂਕਿ ਉਹ ਜ਼ਿਆਦਾਤਰ ਸਮਾਂ ਬਾਹਰ ਹੀ ਰਹਿੰਦਾ ਸੀ। ਫਿਰ ਇੱਕ ਦਿਨ
ਮੇਰੇ ਤੇ ਗਾਜ ਡਿੱਗੀ ਜਦੋਂ ਅਖਬਾਰ ਦੇ ਵਿੱਚ ਇੱਕ ਖਬਰ ਛਪੀ, ਜਿਸ ਦੇ ਵਿੱਚ ਮੈਨੂੰ ਤੇ ਮੇਰੇ ਪਿਤਾ ਜੀ ਨੂੰ ਇੱਕ ਅਗਿਆਤ ਬੰਦੇ ਦੇ ਕੋਲੋਂ ਪੈਸੇ ਲੈਣ ਦੀ ਠੱਗੀ ਦੇ ਜੁਰਮ ਦੇ ਵਿੱਚ ਦੋਸ਼ੀ ਪਾਇਆ ਗਿਆ ਸੀ। ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ, ਕਿਉਂਕਿ ਇਸ ਚੀਜ਼ ਦਾ ਮੈਨੂੰ ਬਿਲਕੁਲ ਅਹਿਸਾਸ ਵੀ ਨਹੀਂ ਸੀ ਕਿ ਕੁਛ ਏਦਾਂ ਦਾ ਵੀ ਹੋ ਸਕਦਾ। ਔਰ ਸਭ ਤੋਂ ਹੈਰਾਨੀ ਦੀ ਗੱਲ ਕਿ ਉਸੇ ਸ਼ਾਮ ਬਿਨਾਂ ਕਿਸੇ ਇਤਲਾਹ ਦੇ, ਬਿਨਾਂ ਕਿਸੇ ਇਨਕੁਆਇਰੀ ਦੇ, ਕੋਈ ਇਨਵੈਸਟੀਗੇਸ਼ਨ ਨਹੀਂ, ਕੋਈ ਇਨਫੋਰਮੇਸ਼ਨ ਨਹੀਂ, ਸਿਰਫ ਸਾਨੂੰ ਇੱਕ ਅਖਬਾਰ ਤੋਂ ਪਤਾ ਲੱਗ ਰਿਹਾ ਔਰ ਰਾਤ ਨੂੰ ਸ਼ਾਮ ਦੇ ਟਾਈਮ ਤੇ FIR ਦਰਜ ਹੋ ਜਾਂਦੀ ਹੈ। ਮੈਂ ਬਹੁਤ ਹੈਰਾਨ ਪਰੇਸ਼ਾਨ। ਉਸ ਪਿਤਾ ਦਾ ਜਿਹਦਾ ਹਮੇਸ਼ਾ ਸਿਰ ਤਣਿਆ ਰਹਿੰਦਾ ਸੀ, ਅੱਜ ਮੈਂ ਉਹਦੇ ਸਾਹਮਣੇ ਨਜ਼ਰਾਂ ਝੁਕਾ ਕੇ ਬੈਠੀ ਸੀ ਤੇ ਉਹਦੇ ਮੱਥੇ ਤੇ ਇੱਕ ਕਲੰਕ ਲਗਾ ਦਿੱਤਾ ਸੀ। ਮੈਂ ਬਹੁਤ ਸ਼ਰਮਿੰਦਾ ਸੀ, ਪਰ ਕੁਛ ਨਹੀਂ ਕਰ ਸਕਦੀ ਸੀ। ਮੇਰੇ ਪਿਤਾ ਨੇ ਉਸੇ ਵੇਲੇ ਐਂਟੀਸਪੇਟਰੀ ਬੇਲ ਲਿੱਤੀ। ਫਿਰ ਅਸੀਂ ਦੋਨੋਂ ਹੀ ਉਸੇ ਟਾਈਮ ਦੇ ਉੱਤੇ ਅੰਮ੍ਰਿਤਸਰ ਛੱਡ ਕੇ ਅੰਡਰਗਰਾਊਂਡ ਹੋਏ। ਮੇਰੇ ਪਿਤਾ ਜੀ ਕਿਸੇ ਹੋਰ ਜਗ੍ਹਾ ਤੇ, ਮੈਂ ਕਿਸੇ ਹੋਰ ਜਗ੍ਹਾ ਤੇ ਮੈਂ ਆਪਣੀਆਂ ਸਹੇਲੀਆਂ ਦੇ ਕੋਲੋਂ ਸ਼ਰਨ ਲਿੱਤੀ। 3 ਦਿਨ ਬਾਅਦ ਮੈਨੂੰ ਦਮਨ ਦਾ ਫੋਨ ਆਇਆ ਕਿ ਮੰਮਾ ਦੀ ਤਬੀਅਤ ਬਹੁਤ ਖਰਾਬ ਹੈ ਤੇ ਮੰਮਾ ਨੂੰ ਦਵਾਈ ਦਿਓ। ਮੈਂ ਦਮਨ ਨੂੰ ਕਿਹਾ, ਦਮਨ ਮੈਂ ਤਾਂ ਇੱਥੇ ਹੈ ਹੀ ਨਹੀਂ, ਮੈਂ ਤਾਂ ਅੰਮ੍ਰਿਤਸਰ ਦੇ ਵਿੱਚ ਨਹੀਂ ਹਾਂ। ਤੇ ਉਸਨੇ ਮੈਨੂੰ ਕਿਹਾ, ਦੀਦੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿ ਮੰਮਾ ਨੂੰ ਤੁਹਾਡੇ ਤੋਂ ਇਲਾਵਾ ਕਿਤੇ ਇਲਾਜ ਨਹੀਂ ਹੁੰਦਾ, ਉਹਨਾਂ ਦਾ ਕਿਤੇ ਆਰਾਮ ਨਹੀਂ ਆਉਂਦਾ, ਤੁਹਾਨੂੰ ਉਹਨਾਂ ਨੂੰ ਕਿਸੇ ਤੇ ਯਕੀਨ ਵੀ ਨਹੀਂ ਹੈ। ਮੈਂ ਸਮਝ ਵੀ ਨਹੀਂ ਸੀ ਸਕਦੀ ਕਿ ਉਸ ਟਾਈਮ ਤੇ ਦਮਨ ਦੇ ਮਨ 'ਚ ਕੀ ਚੱਲ ਰਿਹਾ ਔਰ ਇਹ ਕੀ ਵਿਉਂਤਬੰਦੀ ਕਰ ਰਿਹਾ। ਪਹਿਲਾਂ ਤਾਂ ਮੈਨੂੰ ਤਰਸ ਆ ਗਿਆ ਤੇ ਮੈਂ ਦਮਨ ਨੂੰ ਹਾਮੀ ਭਰਤੀ ਕਿ ਚਲੋ ਮੈਂ ਤੈਨੂੰ ਬੁਲਾ ਲੈਣੀ ਹੈ, ਜਿੱਥੇ ਹੈਗੇ ਹੋ। ਕਹਿੰਦਾ ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਆ ਜਾਊਂਗਾ। ਖੈੜੀ ਪੈ ਗਿਆ। ਫਿਰ ਮੇਰੀ 6th ਸੈਂਸ ਉਸੇ ਵੇਲੇ ਕੰਮ ਕੀਤੀ ਕਿ ਨਹੀਂ, ਕੁਛ ਦਾਲ 'ਚ ਕਾਲਾ ਬਿਲਕੁਲ ਨਹੀਂ। ਔਰ ਮੈਂ ਉਹਨੂੰ ਮਨਾ ਕਰਤਾ, ਫੋਨ ਬੰਦ ਕਰਤਾ। ਉਸ ਟਾਈਮ ਤੇ ਦਮਨ ਤੇ ਸੁਖਬੀਰ ਦੋਨੋਂ ਪੁਲਿਸ ਸਟੇਸ਼ਨ ਤੇ ਬੈਠੇ ਦੂਜੀ ਝੂਠੀ FIR ਦੀ ਤਿਆਰੀ ਕਰਵਾ ਰਹੇ ਸੀ ਔਰ ਦਰਜ ਕਰਵਾ ਰਹੇ ਸੀ। ਔਰ ਉਸ ਟਾਈਮ ਤੇ ਮੇਰੀ ਗ੍ਰਿਫਤਾਰੀ ਦੀ ਤਿਆਰੀ ਸੀ ਜੀ। ਇਹਨਾਂ ਨੇ ਧੋਖੇ ਨਾਲ ਮੈਨੂੰ ਗ੍ਰਿਫਤਾਰ ਕਰਵਾਉਣਾ ਸੀ ਔਰ ਮਨਸੂਬਾ ਸੀ ਕਿ ਮੇਰੇ ਪਿਤਾ ਦੇ ਕੋਲੋਂ ਮੈਨੂੰ ਫਸਾ ਕੇ ਪੈਸੇ ਏਠਣੇ। ਇੰਨੀ ਨੀਚ ਸੋਚ ਦਾ ਮਾਲਕ ਸੁਖਬੀਰ ਸਿੰਘ। ਖੈਰ ਉਸ ਟਾਈਮ ਦੇ ਉੱਤੇ ਮੈਂ ਉਹ ਮੌਕਾ ਸੰਭਾਲ ਲਿਆ ਤੇ ਮੈਂ ਇਹਦੇ ਕਹਿਣ ਦੇ ਉੱਤੇ ਨਹੀਂ ਗਈ। ਫਿਰ ਉਸ ਤੋਂ ਬਾਅਦ ਸ਼ਾਮ ਨੂੰ ਮੇਰੇ ਪਾਪਾ ਤੋਂ ਮੈਨੂੰ ਪਤਾ ਲੱਗਾ ਕਿ ਦੂਜੀ FIR ਮੇਰੇ ਪਾਪਾ ਤੇ ਵੀ ਦਰਜ ਹੋਈ ਸੀ, ਮੇਰੇ ਤੇ ਵੀ ਤੇ ਪਾਪਾ ਤੇ ਵੀ ਦਰਜ ਹੋਈ ਸੀ। ਮੈਂ ਆਪਣੇ ਫਾਦਰ ਦੇ ਸਾਹਮਣੇ ਇੰਨੀ ਸ਼ਰਮਿੰਦਾ ਸੀ, ਇੰਨੀ ਸ਼ਰਮਿੰਦਾ ਸੀ, ਇੱਕ ਸ਼ਰਮਿੰਦਗੀ, ਇੱਕ ਗਿਲਟ ਉਸ ਜੁਰਮ ਦਾ ਜਿਹੜਾ ਮੈਂ ਕੀਤਾ ਹੀ ਨਹੀਂ ਸੀ। ਮੇਰੇ ਕੋਲ ਸਿਵਾ ਆਤਮ ਹੱਤਿਆ ਦੇ ਕੋਈ ਵੀ ਚਾਰਾ ਨਹੀਂ ਬਚਿਆ ਸੀ। ਕਿਸ ਮੂੰਹ ਦੇ ਨਾਲ ਉਸ ਬਾਪ ਦੇ ਸਾਹਮਣੇ ਜਾਵਾਂ ਜਿਸ ਨੇ ਮੈਨੂੰ ਇੰਨੇ ਨਾਜ਼ਾਂ ਨਾਲ ਪਾਲਿਆ ਔਰ ਨਹੀਂ ਸੀ ਚਾਹੁੰਦਾ ਕਿ ਮੈਂ ਧੱਕੇ ਖਾਵਾਂ। ਮੇਰੀ ਪੜ੍ਹਾਈ ਖਤਮ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਮੇਰੇ ਲਈ ਹਸਪੀਟਲ ਬਣਾਤਾ ਸੀ, ਪਰ ਕੁਛ ਵੀ ਨਹੀਂ ਕਰ ਸਕਦੀ ਸੀ। ਉਸੇ ਵਕਤ ਮੈਂ ਆਪਣੀਆਂ ਸਹੇਲੀਆਂ ਦੇ ਕੋਲ ਗਈ, ਉਹਨਾਂ ਦੇ ਕੋਲੋਂ ਸ਼ਰਨ ਲਿੱਤੀ। ਜ਼ਿੰਦਗੀ ਸ਼ਾਇਦ ਮੇਰੇ ਨਾਲ ਹੋਰ ਵੀ ਖੇਡ ਖੇਡਣਾ ਚਾਹੁੰਦੀ ਸੀ। ਔਰ ਕੁਛ ਦਿਨਾਂ ਦੇ ਬਾਅਦ ਵਿੱਚ ਇੱਕ ਹੋਰ ਘਟਨਾ ਘਟ ਗਈ ਜਿਹਨੇ ਮੇਰੀ ਰੂਹ ਵਲੂੰਦਰ ਕੇ ਰੱਖ ਦਿੱਤੀ। ਉਹ ਸੀ ਕਿ ਮੈਂ ਇੰਨੀ ਬਦਹਵਾਸ ਹੋ ਚੁੱਕੀ ਸੀ, ਮੈਨੂੰ ਕਿਸੇ ਚੀਜ਼ ਦੀ ਸਮਝ ਹੀ ਨਹੀਂ ਆ ਰਹੀ ਸੀ। ਇੱਕ ਮੋਇਆਂ ਦੀ ਤਰ੍ਹਾਂ, ਲਾਸ਼ ਦੀ ਤਰ੍ਹਾਂ ਪਈ ਹੋਈ ਸੀ। ਮੇਰੀ ਬੇਟੀ ਜਿਹੜੀ ਉਸ ਟਾਈਮ ਤੇ 1.5 ਸਾਲ ਦੀ ਸੀ, ਪੌੜੀਆਂ ਤੋਂ ਡਿੱਗ ਗਈ। ਜੋ ਤੱਕ ਮੈਨੂੰ ਝਟਕਾ ਮਹਿਸੂਸ ਹੋਇਆ, ਉਹਨੂੰ ਜਾ ਕੇ ਮੈਂ ਚੁੱਕਿਆ। ਉਹਦੇ ਵਿੱਚ ਨਾ ਸਾਹ ਸੀ, ਨਾ ਉਹਦੇ ਵਿੱਚ ਉਸ ਟਾਈਮ ਤੇ ਦਿਲ ਦੀ ਧੜਕਣ ਚੱਲ ਰਹੀ ਸੀ। ਮੈਨੂੰ ਸਮਝ ਹੀ ਨਹੀਂ ਆਇਆ ਕਿ ਮੇਰਾ ਜੋ ਕੁਛ ਸੀ ਸਭ ਕੁਛ ਖਤਮ ਹੋ ਗਿਆ ਔਰ ਮੈਨੂੰ ਗਸ਼ ਪੈ ਗਈ। ਖੁਸ਼ਕਿਸਮਤੀ ਇਹ ਰਹੀ ਕਿ ਉਸ ਟਾਈਮ ਦੇ ਉੱਤੇ ਮੈਂ ਆਪਣੀ ਡਾਕਟਰ ਸਹੇਲੀ ਦੇ ਘਰ ਹੀ ਸੀ, ਜਿਸ ਨੇ ਮੇਰੀ ਬੇਟੀ ਨੂੰ ਫਟਾਫਟ ਸੰਭਾਲਿਆ, ਕਿਉਂਕਿ ਮੈਂ ਤਾਂ ਬੇਹੋਸ਼ ਹੋ ਗਈ, ਮੈਨੂੰ ਤਾਂ ਪਤਾ ਹੀ ਕੁਛ ਨਹੀਂ ਲੱਗਾ। ਜੋ ਤੱਕ ਮੈਨੂੰ ਹੋਸ਼ ਆਈ ਉਸ ਟਾਈਮ ਤੇ ਉਹਦੇ ਹਾਰਟ ਪੰਪ ਕੀਤਾ ਜਾ ਰਿਹਾ ਸੀ, ਉਹਨੂੰ ਸਾਹ ਦਿੱਤਾ ਜਾ ਰਿਹਾ ਸੀ ਔਰ ਉਹਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੈਂ ਉਮੀਦ ਛੱਡਤੀ, ਖਤਮ, ਸਭ ਕੁਛ ਖਤਮ। ਹੁਣ ਸਿਰਫ ਆਤਮ ਹੱਤਿਆ ਔਰ ਉਹਦੇ ਤੋਂ ਮੋਹਰ ਲਗਾ ਦਿੱਤੀ। ਅੱਖਾਂ ਬੰਦ ਕਰ ਲਈਆਂ, ਕੁਛ ਹੋਣ ਨਹੀਂ ਚਾਹੀਦਾ, ਕੁਛ ਨਹੀਂ ਦੇਖਣਾ। ਔਰ ਬਾਅਦ ਵਿੱਚ ਇੱਕ ਕ੍ਰਿਸ਼ਮਾ ਹੋ ਗਿਆ, ਮੇਰੀ ਬੱਚੀ ਰਿਵਾਈਵ ਕਰ ਗਈ, ਦੁਬਾਰਾ ਜ਼ਿੰਦਾ ਹੋ ਗਈ। ਮੈਂ ਉੱਠੀ, ਉਸਨੂੰ ਚੁੱਕਿਆ, ਉਹਨੂੰ ਚੁੰਮਿਆ, ਉਹਦੀਆਂ ਅੱਖਾਂ 'ਚ ਦੇਖਿਆ ਇੱਕ ਜ਼ਿੰਦਗੀ ਦੀ ਕਿਰਨ, ਇੱਕ ਜ਼ਿੰਦਗੀ ਦੀ ਉਮੀਦ ਸੀ। ਮੈਂ ਵਾਅਦਾ ਕੀਤਾ, ਹੁਣ ਮੈਂ ਬੁਜ਼ਦਿਲ ਨਹੀਂ ਬਣੂੰਗੀ, ਤੇਰੇ ਲਈ ਜੀਊਂਗੀ ਔਰ ਇਸ ਤੋਂ ਬਾਅਦ 'ਚ ਮੈਂ ਕਦੀ ਵੀ ਇਹ ਕਦਮ ਨਹੀਂ ਚੁੱਕੂੰਗੀ। ਮੈਂ ਕਮਰ ਕੱਸੀ, ਉੱਠੀ ਔਰ ਉਸ ਤੋਂ ਬਾਅਦ ਵਿੱਚ ਆਪਣੇ ਮਨ ਦੇ ਨਾਲ ਫੈਸਲਾ ਕੀਤਾ ਕਿ ਹੁਣ ਮੈਨੂੰ ਇੱਕ ਯੋਧਾ ਬਣਨਾ ਪੈਣਾ। ਵਾਹਿਗੁਰੂ ਦੀ ਬਖਸ਼ਿਸ਼ ਕਿ ਕੁਛ ਲੋਕ ਮੇਰੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਆਏ ਜਿਨ੍ਹਾਂ ਦੀ ਸੰਗਤ ਵਿੱਚ ਮੈਨੂੰ ਅੰਮ੍ਰਿਤ ਦੀ ਦਾਤ ਮਿਲ ਗਈ
और मैं गुरु गोबिंद सिंह जी की सिंगड़ी सज गई। फिर एक स्पिरिट, एक जोधे की स्पिरिट मेरे च आ गई और मैं अपनी लड़ाई लड़न की ठान ली। मैनू पता सी लड़ाई सौखी नहीं है, बहुत औखी जाएगी और हर कदम ते मैनू कोई नवीं चुनौती सामना करनी पेगी। बट जो ठान लिया सो ठान लिया। अपने पिता के मत्थे तो कलंक उतारना भी मेरी जिम्मेवारी सी उस टाइम ते, क्योंकि मैं पापा के सामने जाना मौत तो बदतर समझ रही सी। चलो खैर, इस तो बाद मैं अपनी सहेलियां नाल सलाह की ते मैं ह्यूमन राइट्स दे विच अपनी एप्लीकेशन पाई। मेरी इन्वेस्टिगेशन स्टार्ट हो गई क्योंकि मैं बेगुनाह सी, इस करके मैनू पूरी उम्मीद से कि मैनू इंसाफ मिलेगा। एक बार मैं डोल गई सी क्योंकि इन्ना कुछ जड़ी चीज़ां मैं सोच नहीं सकती सी, इन्ने झूठे आरोप एकदम लग गए और उस तो बाद च कुछ बाकी बचा नहीं, कोई इन्वेस्टिगेशन नहीं कि कित्थे जाके किस जगह ते सफाई देवां। खैर ह्यूमन राइट्स ने मेरी अर्जी स्वीकार की ते इनकुआरी स्टार्ट हो गई। इनकुआरी स्टार्ट होने तो बाद 4 साल का समा मैनू पता कि मैनू किस दर्द विचों गुजरना पिया। दिन हुंदा सी ते रात दा पता नहीं सी भी की बीतना किस तरीके दे नाल। कदी पुलिस हैडकुआर्टर्स, कदी किसी पुलिस ऑफिसर दे कोल इनकुआरी वास्ते जाना, कदी किसी जगह दे उत्ते। और सब तो माड़ा जिहड़ी चीज़ सी कि मैनू अपनी बेटी नू कई बारी लॉक करके जाना पैंदा सी, कई बारी किसी कोल छड्ड के जाना पैंदा सी और उसका बचपन मैं खोलिया, जिसदी मैं सब तो वड्डी गुनहगार हाँ और सब तो ज़्यादा दुख मैनू इस चीज़ दा। कई बारी सिसकदियां भरदी सो जांदी, कई बारी मैं आंदी सी हत्थ लगांदी सी तड़बकदी सीगी और पर मेरे कोल कोई चारा ही नहीं सी, मैं की करदी। मैनू कदी अमृतसर, कदी लुधियाना, कदी चंडीगढ़, कदी फरीदकोट, कदी किसी पुलिस ऑफिसर दे कोल, कदी किसी पुलिस ऑफिसर दे कोल जाना पैंदा। पर फिर भी उस अकाल पुरख ने, जे मैं ओहदी बन गई तो उन्हें मेरी बांह नहीं छड्डी। उस वाहिगुरू ने मैनू इंसाफ दिवाया। इस टाइम दे मैं जाने कई चेहरिਆਂ तो मुखौटे उतरे, कई ਜਿਹੜੇ मेरे बहुत अपने सीगे, एक गल करन नूं तैयार नहीं सी, एक मॉरल सपोर्ट देण नूं तैयार नहीं सी और कई बेगाने ਜਿਹੜੇ अपने तो भी वध बन गए। कई नेक दिल फरिश्ते मेरे सामने आए पुलिस अफसर दे रूप दे विच और कई बहुत घिनौने भी मैं उस टाइम दे विच एक्सपीरियंस कीते। खैर 4 साल तो बाद विच अणथक मेहनत तो बाद विच मैनू डीजीपी पुलिस और ह्यूमन राइट्स तो क्लीन चिट मिल गई, नाल ही मेरे पिता जी ने मुक्त कर दिता गया और असीं बाइज्जत बरी हो गए। सब तो वड्डी खुशी मैनू ये सीगी कि मैं अपने पिता दे मत्थे तो कलंक उतार दिता, पर जमीन तो फिर पैरों दे थल्ले नहीं सी। हुण एक बारी जमीन उखड़ पैर उखड़ गए, हुण करना की अगों? किसी बने कोई चीज़ समझ नहीं सी आ रही। ये टाइम जिहड़ा मैं बिताया सी, ये टाइम मैं ट्यूशनस पढ़ा के गुजारा किया सीगा। माँ बाप कोल जा नहीं सी सकदी, किसी कोल मदद मंग नहीं सी सकदी। छोटिया छोटिया ट्यूशनां पढ़ानियां शुरू कीतियां, कदी किसी कोलों थोड़े बहुते पैसे उधार भी लिते। खैर 4 साल का समा बीत गया। 4 साल तो बाद हुण फिर दोबारा एक बारी पापा ने गल की। पापा कहते चलो मैं तेरी सपोर्ट कर देना लास्ट टाइम दे उत्ते ते तू अपनी जिंदगी बना ला। बहुत प्यारी सी मैं पापा दी। उन्होंने कहा तू आयल्स कर ला, खर्चा मैं कर दूंगा, बाहर चले जा। मैं 8 बैंड्स दे नाल आयल्स क्लीयर की। फिर साडा गंदा करप्ट सिस्टम ਵੱਡੇ ਵੱਡੇ ਮਗਰਮੱਛਾਂ ਨੂੰ, ਵੱਡੇ ਵੱਡੇ ਗੁਨਾਹਗਾਰਾਂ ਨੂੰ ਤੇ ਇੱਕ ਚੁਟਕੀ ਦੇ ਨਾਲ ਮਾਫ ਕਰ ਦਿੰਦਾ। ਡੀਜੀਪੀ ਤੇ ਕਲੀਨ ਚਿਟ ਮਿਲਣ ਦੇ ਬਾਵਜੂਦ ਮੈਨੂੰ ਪੁਲਿਸ ਕਲੀਅਰੈਂਸ ਨਹੀਂ ਮਿਲੀ। ਫਿਰ ਇੰਡੀਆ ਹੀ ਰਹਿਣਾ ਸੀ, ਇਹ ਰਸਤਾ ਵੀ ਬੰਦ ਹੋ ਗਿਆ। दोबारा तो पैरों ते उठी, खड़ी हुई, दोबारा तो सोचना शुरू किया हुण की करा। फिर उस अकाल पुरख की बख्शिश हुई। एक महापुरख माता विपिनप्रीत कौर जी लुधियाने विच मां बन के आई। उन्होंने नवी जिंदगी, नवी दिशा और नवा हमसफर भी दिता। अज मेरे पति मेरे नाल चट्टान बन के पिछे खड़े हैं। हर कदम ते उन्होंने मैनू सहारा दिता, उन्होंने बहुत साथ दिता और उन्होंने कलावे दे विच आके या बुक्कल दे विच आके मैं फिर तो खंब खिलारने शुरू किए, दोबारा उडारी मारन की कोशिश की। फिर मैं मास्टर्स इंग्लिश की, एमफिल की ते टिसोल क्वालीफाइड हाँ। मैं आयल्स OET ऑक्यूपेशनल इंग्लिश टेस्ट फॉर द डॉक्टर्स एंड द नर्सिस, मैं इस टर्म देते इंग्लिश लैंग्वेज कोर्सेज एक्सपर्ट फ्लुएंसी बूस्टर कोच हाँ
ਔਰ ਮੇਰੇ ਕੋਲ ਉੱਚ ਕੋਟੀ ਦੇ ਡਾਕਟਰਸ ਸਪੈਸ਼ਲਿਸਟ ਜਿਹੜੇ ਆਰਥੋ ਦੇ ਵਿੱਚ ਗਾਇਨੋਕੋਲੋਜਿਸਟ ਨਿਓਨੇਟੋਲੋਜਿਸਟ ਈਵਨ ਕਿਸੇ ਵੀ ਸਰਜਨਸ ਜਿਹੜੇ ਹੈਗੇ ਆ ਉਹ ਮੇਰੇ ਅੱਜ ਸਟੂਡੈਂਟ ਆ ਉਹ ਮੇਰੇ ਕੋਲ ਪੜ੍ਹ ਕੇ ਜਾ ਰਹੇ ਆ ਔਰ ਇੰਨੀ ਬਾਬਾ ਜੀ ਦੀ ਰਹਿਮ ਹੈ ਇੰਨੀ ਬਖਸ਼ਿਸ਼ ਹੈ ਮੈਂ ਇਸ ਟਾਈਮ ਦੇ ਤੇ ਇੱਕ ਬੁੱਕ 5 steps to win the battle of drug addiction and juvenile delinquency ਦੀ ਆਥਰ ਆ ਜਿਹਦੇ ਰਸਤੇ ਮੈਂ ਜਿਹੜੇ ਬੱਚੇ ਡਰੱਗਸ ਦੇ ਵਿੱਚ ਪੈ ਚੁੱਕੇ ਹਨ ਜਾਂ ਉਹਨਾਂ ਦੇ ਹਾਲਾਤ ਬਣ ਰਹੇ ਕਿ ਉਹ ਡਰੱਗਸ ਦੇ ਵਿੱਚ ਜਾ ਰਹੇ ਆ ਮੈਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਕਿਉਂਕਿ ਇਹ ਵੀ ਇਸ ਆਇਲਸ ਜਾਂ OET ਪੜ੍ਹਾਉਣ ਦੇ ਰਸਤੇ ਦੇ ਵਿੱਚ ਕੁਝ ਘਟਨਾਵਾਂ ਇੱਦਾਂ ਬੱਚਿਆਂ ਨੂੰ ਮੈਂ ਮਰਦਿਆਂ ਦੇਖਿਆ ਤੜਪਦਿਆਂ ਦੇਖਿਆ ਔਰ ਸੁਸਾਈਡ ਦੇ ਕਗਾਰ ਤੱਕ ਦੇਖਿਆ ਕਿਉਂਕਿ ਮੇਰਾ ਆਪਣਾ ਤਜਰਬਾ ਸੀ ਮੈਂ ਇੱਕ ਟਾਈਮ ਦੇ ਉੱਤੇ ਸੁਸਾਈਡ ਕਰਨ ਜਾ ਰਹੀ ਸੀਗੀ ਹੁਣ ਮੇਰਾ ਸੰਕਲਪ ਹੈ ਕਿ ਮੈਂ ਇਹਨਾਂ ਬੱਚਿਆਂ ਨੂੰ ਇਸ ਚੀਜ਼ ਤੋਂ ਬਾਹਰ ਕੱਢ ਕੇ ਲੈ ਕੇ ਆਉਣਾ ਇਹਨਾਂ ਨੂੰ ਇਸ ਕੋੜ ਤੋਂ ਬਾਹਰ ਕੱਢ ਕੇ ਲੈ ਕੇ ਆਉਣਾ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।